ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ ਪਹਿਲਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕੋਸ਼ ਵਿੱਚ ਸਿਮਰਨ ਦੇ ਅਰਥ ਇਉਂ ਦੱਸੇ ਗਏ ਹਨ ਕਿ ਇਸ਼ਟ ਦਾ ਨਾਮ ਅਥਵਾ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਹਾਂਜੀ, ਕੋਸ਼ ਵਿੱਚ ਸਿਮਰਨ ਦੇ ਇਹ ਅਰਥ ਹਨ ਕਿ ਆਪਣੇ ਇਸ਼ਟ ਦਾ ਨਾਮ ਜਾਂ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਆਦਿ ਤੋਂ ਹੀ ਸਾਧਾਂ ਸੰਤਾਂ ਮਹਾਂਪੁਰਖਾਂ ਅਤੇ ਗੁਰੂਆਂ ਨੇ ਅਧਿਆਤਮਿਕ ਸਾਧਨ ਲਈ ਸਿਮਰਨ ਕਰਨ ਦੀ ਸਿਫਾਰਿਸ਼ ਕੀਤੀ ਹੈ, ਪਰ ਗੁਰਬਾਣੀ ਵਿੱਚ ਸਿਮਰਨ ਦੀ ਵਿਸ਼ੇਸ਼ ਵਡਿਆਈ ਕੀਤੀ ਗਈ ਹੈ ਤੇ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਹਾਂਜੀ, ਸਾਰਿਆਂ ਹੀ ਸਾਧਾਂ ਸੰਤਾਂ ਮਹਾਂਪੁਰਖਾਂ ਨੇ ਅਧਿਆਤਮਿਕ ਸਾਧਨ ਲਈ ਸਿਮਰਨ ਕਰਨ ਦੀ ਸਿਫਾਰਿਸ਼ ਕੀਤੀ ਹੈ, ਪਰ ਗੁਰਬਾਣੀ ਵਿੱਚ ਤਾਂ ਸਿਮਰਨ ਕਰਨ ਦੀ ਖਾਸ ਵਿਸ਼ੇਸ਼ਤਾ ਤੇ ਵਡਿਆਈ ਦਰਸਾਈ ਹੈ ਤੇ ਸਿਮਰਨ ਕਰਨ ਦਾ ਸਾਨੂੰ ਤਾਕੀਦੀ ਹੁਕਮ ਕੀਤਾ ਗਿਆ ਹੈ। ਸੋ ਗੁਰਬਾਣੀ ਪੜ੍ਹਦਿਆਂ, ਸਤਸੰਗਤ ਵਿੱਚ ਵਿਚਰਦਿਆਂ ਸਿਮਰਨ ਦੀ ਵਡਿਆਈ ਤੇ ਅਹਿਮੀਅਤ ਨੂੰ ਸੁਣ ਪੜ੍ਹ ਕੇ ਕਈ ਜਗਿਆਸੂਆਂ ਦੇ ਮਨ ਵਿੱਚ ਸਿਮਰਨ ਕਰਨ ਲਈ ਉਤਸ਼ਾਹ ਤੇ ਉਦਮ ਪੈਦਾ ਹੁੰਦਾ ਹੈ, ਪਰ ਜਦ ਉਹ ਸਿਮਰਨ ਕਰਨ ਲੱਗਦੇ ਹਨ ਤਾਂ ਉਹਨਾਂ ਨੂੰ ਕਈ ਭੁਲੇਖਿਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ 'ਤੇ ਜਗਿਆਸੂਆਂ ਦੀਆਂ ਸਿਮਰਨ ਦੀ ਬਾਬਤ ਇਹ ਸ਼ਿਕਾਇਤਾਂ ਅਤੇ ਭੁਲੇਖੇ ਆਉਂਦੇ ਹਨ ਕਿ ਸਿਮਰਨ ਕੀ ਹੈ, ਸਿਮਰਨ ਕਿਸ ਅੱਖਰ ਜਾਂ ਮੰਤਰ ਦਾ ਕਰਨਾ ਚਾਹੀਦਾ ਹੈ, ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ, ਜਾਂ ਫਿਰ ਸਿਮਰਨ ਵਿੱਚ ਮਨ ਨਹੀਂ ਟਿਕਦਾ ਇਤਿਆਦਿਕ। ਸੋ ਇਹਨਾਂ ਵਿੱਚੋਂ ਸਿਰਫ ਇੱਕ ਸਵਾਲ ਸਿਮਰਨ ਕੀ ਹੈ, ਉਸ ਦਾ ਵਿਸਥਾਰ ਅੱਜ ਦੇ ਲੇਖ ਵਿੱਚ ਦਰਸਾਇਆ ਗਿਆ ਹੈ। ਸਿਮਰਨ ਕੀ ਹੈ? ਕਿਸੇ ਗੱਲ ਜਾਂ ਖਿਆਲ ਨੂੰ ਮਨ ਵਿੱਚ, ਚਿੱਤ ਵਿੱਚ, ਅੰਤਸ਼ਕਰਣ ਵਿੱਚ ਅੰਤਰ ਆਤਮੇ ਦ੍ਰਿੜਾਉਣ ਲਈ, ਵਸਾਉਣ ਲਈ, ਰਸਾਉਣ ਲਈ, ਪ੍ਰਗਟਾਉਣ ਲਈ, ਉਸ ਨੂੰ ਮੁੜ ਮੁੜ ਚੇਤੇ ਕਰਨ, ਦੁਹਰਾਉਣ, ਜਪਣ, ਰਟਨ ਕਰਨ, ਅਭਿਆਸ ਕਰਨ ਤੇ ਕਮਾਉਣ ਦੀ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਹਾਂਜੀ, ਨਿਰਾ ਰਟਨ ਮਾਤਰ ਸਿਮਰਨ ਨਹੀਂ। ਰਟਨ ਕਰਨਾ ਹੈ, ਜਪਣਾ ਹੈ, ਅਭਿਆਸ ਕਰਨਾ ਹੈ, ਪਰ ਇਸ ਨੀਅਤ ਨਾਲ ਕਿ ਮਨ ਵਿੱਚ, ਚਿੱਤ ਵਿੱਚ, ਅੰਤਸ਼ਕਰਣ ਵਿੱਚ ਉਹ ਗੱਲ ਜਾਂ ਖਿਆਲ ਦ੍ਰਿੜ ਹੋ ਜਾਵੇ, ਵਸ ਜਾਵੇ, ਰਸ ਜਾਵੇ। ਫਿਰ ਆਪ ਮੁਹਾਰੇ ਰਸਣ ਤੋਂ ਬਾਅਦ ਕਰਮ ਕਿਰਿਆ ਦੁਆਰਾ, ਖਿਆਲਾਂ ਦੁਆਰਾ, ਸੋਚਣੀ ਦੁਆਰਾ ਜਾਂ ਆਤਮਕ ਕਿਰਿਆ ਦੁਆਰਾ ਉਹ ਪ੍ਰਗਟ ਹੋਵੇ। ਸੋ ਇਸ ਨੀਅਤ ਨਾਲ ਕਿਸੇ ਵੀ ਗੱਲ ਜਾਂ ਖਿਆਲ ਨੂੰ ਚੇਤੇ ਕਰਨ, ਦੁਹਰਾਉਣ, ਜਪਣ, ਰਟਣ ਤੇ ਅਭਿਆਸ ਕਰਨ ਜਾਂ ਕਮਾਉਣ ਦੀ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਸਿਮਰਨ ਦੀ ਅਧਿਆਤਮਕ ਕਿਰਿਆ ਅਰਥਾਤ ਰਸਨਾ ਦੁਆਰਾ ਜਪਣਾ, ਮਨ ਦੁਆਰਾ ਧਿਆਵਣਾ, ਚਿੱਤ ਦੁਆਰਾ ਆਰਾਧਨਾ, ਸੁਰਤ ਦੁਆਰਾ ਅਜੱਪਾ ਜਾਪ, ਫਿਰ ਲਿਵ ਦੁਆਰਾ ਆਤਮ ਰਸ ਮਾਨਣਾ ਹੀ ਜਗਿਆਸੂ ਦਾ ਵਿਸ਼ੇਸ਼ ਕਰਤਵ ਹੈ, ਧਰਮ ਹੈ, ਜੀਵਨ ਹੈ। ਫਿਰ ਦੁਹਰਾ ਦਈਏ ਕਿ ਜਗਿਆਸੂ ਦਾ ਧਰਮ, ਜੀਵਨ ਕੀ ਹੈ? ਸਿਮਰਨ ਦੀ ਅਧਿਆਤਮਕ ਕਿਰਿਆ। ਅਧਿਆਤਮਕ ਕਿਰਿਆ ਕੀ ਹੈ? ਕਿ ਰਸਨਾ ਨਾਲ ਜਪਣਾ, ਇਹ ਸਰੀਰਕ ਕਿਰਿਆ, ਇਹ ਵੀ ਅਧਿਆਤਮਕ ਕਿਰਿਆ ਹੈ। ਫਿਰ ਮਨ ਦੁਆਰਾ ਧਿਆਵਣਾ, ਫਿਰ ਚਿੱਤ ਦੁਆਰਾ ਆਰਾਧਨਾ, ਫਿਰ ਸੁਰਤ ਦੁਆਰਾ ਅਜੱਪਾ ਜਾਪ ਤੇ ਫਿਰ ਲਿਵ ਦੁਆਰਾ ਆਤਮ ਰਸ ਮਾਨਣਾ। ਇਹ ਜਿਹੜੀ ਅਧਿਆਤਮਕ ਕਿਰਿਆ ਹੈ, ਇਹ ਹੀ ਜਗਿਆਸੂ ਦਾ ਵਿਸ਼ੇਸ਼ ਕਰਤਵ ਹੈ, ਧਰਮ ਹੈ ਅਤੇ ਜੀਵਨ ਹੈ। ਇਹ ਅਧਿਆਤਮਕ ਸਿਮਰਨ ਦੀ ਕਿਰਿਆ ਇਹ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਸੌਖੀ ਹੋ ਜਾਂਦੀ ਹੈ। ਹਾਂਜੀ, ਰਸਨਾ ਨਾਲ ਜਪਣਾ, ਫਿਰ ਮਨ ਨਾਲ ਧਿਆਵਣਾ, ਫਿਰ ਚਿੱਤ ਨਾਲ ਆਰਾਧਨਾ, ਫਿਰ ਸੁਰਤ ਦੁਆਰਾ ਅਜੱਪਾ ਜਾਪ, ਫਿਰ ਲਿਵ ਦੁਆਰਾ ਆਤਮ ਰਸ ਮਾਣਨਾ। ਇਹ ਜਿਹੜੀ ਸਾਰੀ ਅਧਿਆਤਮਕ ਕਿਰਿਆ ਹੈ, ਇਹ ਸਾਧ ਸੰਗਤ ਵਿੱਚ ਸੌਖੀ ਹੋ ਜਾਂਦੀ ਹੈ। ਕਾਇਨਾਤ ਦੇ ਦੋ ਮੰਡਲ ਹਨ, ਇੱਕ ਮਾਇਕੀ ਮੰਡਲ ਯਾਨੀ ਦੂਜੇ ਭਾਵ ਦਾ ਮੰਡਲ, ਤੇ ਦੂਸਰਾ ਹੈ ਆਤਮਿਕ ਮੰਡਲ ਅਥਵਾ ਸੱਚਖੰਡ।
ਮਾਇਕੀ ਮੰਡਲ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਹੋਇਆ ਹੈ ਤੇ ਇਸ ਵਿੱਚ ਮੈਂ ਮੇਰੀ ਦੀ ਭਾਵਨਾ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਮਾਇਕੀ ਮੰਡਲ ਵਿੱਚ ਇੱਥੇ ਮੈਂ ਮੇਰੀ ਦਾ ਬੋਲਬਾਲਾ ਹੈ। ਜੀਵ ਬੇਅੰਤ ਜਨਮਾਂ ਤੋਂ ਇਸ ਹਉਮੈ ਵੇੜੇ ਭਰਮ ਭੁਲਾਵੇ ਯਾਨੀ ਮਾਇਕੀ ਮੰਡਲ ਵਿੱਚ ਵਿਚਰਦਾ ਆਇਆ ਹੈ ਕਈ ਜਨਮਾਂ ਤੋਂ, ਤੇ ਇਸ ਮੈਂ ਮੇਰੀ ਦੇ ਕੂੜੇ ਭੁਲੇਖੇ ਵਿੱਚ ਹੀ ਜੀਵ ਸੋਚਦਾ, ਚਿਤਵਦਾ, ਵਿਉਂਤਾਂ ਘੜਦਾ, ਕਰਮ ਕਰਦਾ ਤੇ ਨਤੀਜੇ ਭੋਗਦਾ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਵਾਸ਼ਨਾਵਾਂ ਵਿੱਚ ਗਲਤਾਨ ਹੋਇਆ ਰਹਿੰਦਾ ਹੈ ਤੇ ਆਵਾਗਮਨ ਦੇ ਚੱਕਰਾਂ ਵਿੱਚ ਫਿਰਦਾ ਰਹਿੰਦਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਇਹ ਮੈਂ ਮੇਰੀ ਦਾ ਅਹਿਸਾਸ ਅਥਵਾ ਹਉਮੈ ਇਹ ਜੀਵ ਦੇ ਨਾਲ ਭੂਤ ਪ੍ਰੇਤ ਵਾਂਗ ਕਈ ਜਨਮਾਂ ਤੋਂ ਚਿੰਬੜੀ ਹੋਈ ਹੈ, ਜਿਸ ਕਾਰਨ ਹਰੀ ਵਿਸਰ ਜਾਂਦਾ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਇਸ ਤਰ੍ਹਾਂ ਮੈਂ ਮੇਰੀ ਦੀ ਅਡਰੀ ਹਸਤੀ ਅਥਵਾ ਹਉਮੈ ਇਹ ਸਾਡੇ ਖਿਆਲਾਂ, ਸੋਚਣੀ, ਚਿਤਵਨੀ, ਭਾਵਨਾਵਾਂ, ਕਰਮ, ਧਰਮ ਅਰਥਾਤ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੋ ਰਹੀ ਹੈ, ਜੋ ਸਾਡੇ ਮਨ, ਤਨ, ਚਿੱਤ, ਦਿਮਾਗ, ਅੰਤਸ਼ਕਰਣ ਮਾਇਕੀ ਆਪੇ ਦੀਆਂ ਹੇਠਲੀਆਂ ਤਹਿਾਂ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕੀ ਹੈ। ਪਿੱਛੇ ਅਸੀਂ ਪੜ੍ਹਿਆ ਕਿ ਕਿਸੇ ਵੀ ਖਿਆਲ ਜਾਂ ਗੱਲ ਨੂੰ ਮੁੜ ਅਭਿਆਸ ਕਰਨਾ, ਦੁਹਰਾਉਣਾ ਇਸ ਨੀਅਤ ਨਾਲ ਕਿ ਸਾਡੇ ਅੰਦਰ ਧਸ ਵਸ ਰਸ ਕੇ ਦ੍ਰਿੜ ਹੋ ਜਾਵੇ, ਫਿਰ ਆਪ ਮੁਹਾਰੇ ਕਰਮਾਂ ਖਿਆਲਾਂ ਰਾਹੀਂ ਪ੍ਰਗਟ ਹੋਵੇ, ਉਸ ਨੂੰ ਸਿਮਰਨ ਕਹਿੰਦੇ ਹਨ। ਸੋ ਇਹ ਮੈਂ ਮੇਰੀ ਦਾ ਅਹਿਸਾਸ ਜਾਂ ਹਉਮੈ ਇਹ ਸਾਡੇ ਖਿਆਲਾਂ, ਸੋਚਣੀ, ਚਿਤਵਨੀ, ਭਾਵਨਾਵਾਂ ਤੇ ਕਰਮ ਧਰਮ ਅਰਥਾਤ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਕਿਉਂਕਿ ਸਾਡੇ ਮਨ, ਤਨ, ਚਿੱਤ, ਦਿਮਾਗ, ਅੰਤਸ਼ਕਰਣ ਤੇ ਮਾਇਕੀ ਆਪੇ ਦੀਆਂ ਹੇਠਲੀਆਂ ਤਹਿਾਂ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕੀ ਹੈ, ਕਿਉਂਕਿ ਕਈ ਜਨਮਾਂ ਤੋਂ ਅਸੀਂ ਇਸ ਮੈਂ ਮੇਰੀ ਦਾ ਹੀ ਅਭਿਆਸ ਕਰਦੇ ਆਏ ਹਾਂ। ਇਸ ਤਰ੍ਹਾਂ ਅਸੀਂ ਮੈਂ ਮੇਰੀ ਅਥਵਾ ਹਉਮੈ ਦੀ ਅਣਜਾਣੇ ਹੀ ਚਿਤਵਨੀ, ਅਭਿਆਸ ਅਤੇ ਸਿਮਰਨ ਕਰੀ ਜਾਂਦੇ ਹਾਂ। ਕਿਸ ਦਾ? ਹਉਮੈ ਦਾ ਤੇ ਮੈਂ ਮੇਰੀ ਦਾ। ਹਉਮੈ ਵੇੜੀ ਅਡਰੀ ਹੋਣ ਦਾ ਇਹ ਅਹਿਸਾਸ ਸਾਡੇ ਅੰਤਰਗਤ ਇਤਨਾ ਦ੍ਰਿੜ ਹੋ ਚੁੱਕਿਆ ਹੈ ਕਿ ਮੈਂ ਮੇਰੀ ਦੀ ਭਾਵਨਾ ਤੋਂ ਬਗੈਰ ਸਾਡਾ ਜੀਵਨ ਅਧੂਰਾ, ਫੋਕਾ ਤੇ ਨੀਰਸ ਪ੍ਰਤੀਤ ਹੁੰਦਾ ਹੈ। ਫਿਰ ਦੁਹਰਾ ਦਈਏ ਕਿ ਮੈਂ ਮੇਰੀ ਦਾ ਇਤਨਾ ਅਸੀਂ ਅਭਿਆਸ ਕੀਤਾ ਹੈ, ਇਤਨਾ ਸਾਡੇ ਮਾਇਕੀ ਆਪੇ ਦੀ ਹੇਠਲੀਆਂ ਤਹਿਾਂ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕਿਆ ਹੈ ਕਿ ਇਸ ਤੋਂ ਬਿਨਾਂ ਸਾਨੂੰ ਸਾਡਾ ਜੀਵਨ ਫੋਕਾ ਤੇ ਨੀਰਸ ਪ੍ਰਤੀਤ ਹੁੰਦਾ ਹੈ। ਭਾਵੇਂ ਕਿ ਜਿਹੜੀ ਕਰਮ ਕਿਰਿਆ ਵਿੱਚ ਹਉਮੈ ਦਾ ਪ੍ਰਗਟਾਵਾ ਹੋਵੇ, ਮੈਂ ਮੇਰੀ ਦਾ ਪ੍ਰਗਟਾਵਾ ਹੋਵੇ, ਉਹ ਕੰਮ ਬੜੇ ਉਤਸ਼ਾਹ ਨਾਲ ਕਰਦੇ ਹਾਂ, ਪਰ ਜਿਸ ਕਿਰਿਆ ਵਿੱਚ ਸਾਡੀ ਹਉਮੈ, ਮੈਂ ਮੇਰੀ ਦਾ ਪ੍ਰਗਟਾਵਾ ਨਾ ਹੋਵੇ, ਉਸ ਤੋਂ ਉਹ ਸਾਨੂੰ ਫੋਕਾ ਪ੍ਰਤੀਤ ਹੁੰਦਾ, ਉਸ ਵਿੱਚ ਕੋਈ ਰਸ ਉਤਸ਼ਾਹ ਨਹੀਂ ਰਹਿੰਦਾ। ਸੋ ਇਹ ਮੈਂ ਮੇਰੀ ਦੀ ਭਾਵਨਾ ਸਾਡੇ ਅੰਦਰ ਇਤਨੀ ਦ੍ਰਿੜ ਹੋ ਚੁੱਕੀ ਹੈ ਕਿ ਇਸ ਤੋਂ ਬਗੈਰ ਸਾਨੂੰ ਸਾਡਾ ਜੀਵਨ ਅਧੂਰਾ, ਫੋਕਾ ਤੇ ਨੀਰਸ ਪ੍ਰਤੀਤ ਹੁੰਦਾ ਹੈ। ਜੀਵ ਬ੍ਰਹਮ ਸਰੂਪ ਹੈ, ਇਹ ਤਾਂ ਜੋਤ ਸਰੂਪ ਹੈ। ਇਹ ਜੀਵ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦ ਇਹ ਜੀਵ ਮਾਤਾ ਦੇ ਗਰਭ ਵਿੱਚ ਉਲਟਾ ਲਟਕਦਾ ਸੀ ਤਾਂ ਆਪਣੇ ਕਰਤੇ ਨੂੰ ਧਿਆਉਂਦਾ ਸੀ, ਪਰ ਜਦ ਜੀਵ ਬਾਹਰ ਮਾਇਕੀ ਮੰਡਲ ਵਿੱਚ ਆਉਂਦਾ ਹੈ ਤਾਂ ਇਸ ਨੂੰ ਮਾਇਆ ਦੀ ਰੰਗਤ ਚੜ੍ਹ ਜਾਂਦੀ ਹੈ। ਇਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦਾ ਅਭਿਆਸ ਅਥਵਾ ਸਿਮਰਨ ਕਰਨ ਲੱਗ ਪੈਂਦਾ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਸੋ ਮਾਤਾ ਦੇ ਗਰਭ ਵਿੱਚ ਜੀਵ ਮਾਇਕੀ ਮੰਡਲ ਨੂੰ ਭੁੱਲਿਆ ਹੋਇਆ ਸੀ ਤੇ ਸਿਮਰਨ ਦੁਆਰਾ ਉਸ ਦੀ ਲਿਵ ਆਪਣੇ ਕਰਤੇ ਨਾਲ ਲੱਗੀ ਹੋਈ ਸੀ,
ਪਰ ਮਾਇਕੀ ਮੰਡਲ ਵਿੱਚ ਜੰਮਦਿਆਂ ਹੀ ਮਾਇਆ ਅਥਵਾ ਮੈਂ ਮੇਰੀ ਦਾ ਭੁਲੇਖਾ ਚਿੰਬੜਿਆ ਤੇ ਉਸ ਦੀ ਆਪਣੇ ਕਰਤੇ ਨਾਲੋਂ ਲਿਵ ਟੁੱਟ ਗਈ। ਇਸ ਤਰ੍ਹਾਂ ਜੀਵ ਫਿਰ ਮਾਇਆ ਦੀ ਕੁਸੰਗਤ ਦੁਆਰਾ ਹਉਮੈ ਦੇ ਭਰਮ ਭੁਲੇਖੇ ਵਿੱਚ ਗਲਤਾਨ ਹੋ ਜਾਂਦਾ ਹੈ। 10 ਮਾਸ ਮਾਤਾ ਉਦਰ ਰਾਖਿਆ, ਬਹੁਰ ਲਾਗੀ ਮਾਇਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਇਸ ਤਰ੍ਹਾਂ ਮਾਇਆ ਦੀ ਕੁਸੰਗਤ ਅਥਵਾ ਰੰਗਤ ਨਾਲ ਜੀਵ ਤੂੰ ਦਾ ਸਿਮਰਨ ਛੱਡ ਕੇ ਮੈਂ ਦਾ ਸਿਮਰਨ ਕਰਨ ਲੱਗ ਪੈਂਦਾ ਹੈ। ਗਰਭ ਵਿੱਚ ਤਾਂ ਉੱਥੇ ਤੂੰ ਦਾ ਸਿਮਰਨ ਕਰਦਾ ਹੈ, ਲਿਵ ਨਾਲ ਜੁੜਿਆ ਹੁੰਦਾ ਹੈ, ਪਰ ਜਿਉਂ ਹੀ ਬਾਹਰ ਆਉਂਦਾ ਹੈ ਮਾਇਆ ਦੇ ਸੰਪਰਕ ਨਾਲ ਇਹ ਤੂੰ ਦਾ ਸਿਮਰਨ ਛੱਡ ਕੇ ਮੈਂ ਦਾ ਸਿਮਰਨ ਕਰਨ ਲੱਗ ਪੈਂਦਾ ਹੈ। ਸੋ ਇਸ ਮੈਂ ਦੇ ਸਿਮਰਨ ਨਾਲ ਜੀਵ ਦੀ ਜੀਵਨ ਸੇਧ, ਜੀਵਨ ਮਨੋਰਥ, ਜੀਵਨ ਉਦੇਸ਼, ਜੀਵਨ ਟੇਕ ਤੇ ਜੀਵਨ ਨਿਸ਼ਾਨਾ ਹੀ ਮਾਇਆ ਪਰਾਇਣ ਹੋ ਜਾਂਦਾ ਹੈ। ਕਿਉਂਕਿ ਪਿੱਛੇ ਪੜ੍ਹਿਆ ਜਿਸ ਗੱਲ ਦਾ ਅਭਿਆਸ ਕਰੀਏ ਉਹ ਇਤਨੀ ਅੰਦਰ ਧੱਸ ਜਾਂਦੀ ਹੈ ਕਿ ਫਿਰ ਆਪ ਮੁਹਾਰੇ ਖਿਆਲਾਂ ਕਰਮਾਂ ਦੇ ਰਾਹੀਂ ਪ੍ਰਗਟ ਹੁੰਦੀ ਹੈ। ਸੋ ਮੈਂ ਦੇ ਸਿਮਰਨ ਕਰਨ ਨਾਲ ਕੀ ਹੋਇਆ, ਜੀਵਨ ਉਦੇਸ਼ ਹੀ ਬਦਲ ਗਿਆ। ਕਿਉਂਕਿ ਮੈਂ ਦਾ ਅਭਿਆਸ ਕਰਨ ਮੈਂ ਇਤਨੀ ਧੱਸ ਗਈ ਕਿ ਫਿਰ ਸਾਡੇ ਕਰਮਾਂ 'ਚੋਂ, ਸਾਡੇ ਖਿਆਲਾਂ 'ਚੋਂ, ਸਾਡੀਆਂ ਜੀਵਨ ਕਿਰਨਾਂ ਦੁਆਰਾ ਇਹ ਆਪ ਮੁਹਾਰੇ ਬਾਹਰ ਪ੍ਰਗਟ ਹੋ ਗਈ। ਇਸ ਤਰ੍ਹਾਂ ਮੈਂ ਦੇ ਸਿਮਰਨ ਦੁਆਰਾ ਜੀਵ ਦੀ ਜੀਵਨ ਸੇਧ, ਜੀਵਨ ਮਨੋਰਥ, ਜੀਵਨ ਉਦੇਸ਼, ਜੀਵਨ ਟੇਕ ਤੇ ਜੀਵਨ ਨਿਸ਼ਾਨਾ ਇਹ ਮਾਇਆ ਪਰਾਇਣ ਹੋ ਜਾਂਦਾ ਹੈ। ਸੋ ਜੀਵ ਤਾਂ ਹਰ ਖਿਨ, ਹਰ ਪਲ, ਦਿਨ ਸਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਣੀ, ਸੋਚਣੀ, ਵਿਉਂਤ, ਅਭਿਆਸ ਜਾਂ ਸਿਮਰਨ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਕਿਉਂਕਿ ਮਨ ਤਾਂ ਵੇਲਾ ਬਹਿੰਦਾ ਹੀ ਨਹੀਂ, ਕੋਈ ਨਾ ਕੋਈ ਖਿਆਲ ਤਾਂ ਸੋਚਦਾ ਹੀ ਰਹਿੰਦਾ ਹੈ। ਜਿਹੜਾ ਖਿਆਲ ਸੋਚਦਾ ਹੈ ਉਹ ਸਿਮਰਨ ਹੋ ਰਿਹਾ ਹੈ ਉਸੇ ਖਿਆਲ ਦਾ। ਸੋ ਜੀਵ ਹਰ ਖਿਨ, ਹਰ ਪਲ, ਦਿਨ ਸਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਣੀ, ਸੋਚਣੀ, ਵਿਉਂਤ, ਅਭਿਆਸ ਜਾਂ ਸਿਮਰਨ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਇਹ ਸਿਮਰਨ ਅਭਿਆਸ ਚਾਹੇ ਮਾਇਕੀ ਰੰਗਤ ਵਾਲਾ ਹੋਵੇ ਜਾਂ ਆਤਮ ਰੰਗਤ ਵਾਲਾ, ਪਰ ਅਸੀਂ ਹਰ ਵਕਤ ਸਦਾ ਸੁੱਤਿਆਂ ਜਾਗਦਿਆਂ ਸਿਮਰਨ ਦੀ ਕਿਰਿਆ ਜ਼ਰੂਰ ਕਰਦੇ ਰਹਿੰਦੇ ਹਾਂ। ਕਿਉਂਕਿ ਸਾਡਾ ਮਨ ਕਿਸੇ ਵੇਲੇ ਵੀ ਵੇਲਾ ਰਹਿ ਹੀ ਨਹੀਂ ਸਕਦਾ। ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਸ ਕਿਰਿਆ ਅਥਵਾ ਸਿਮਰਨ ਦਾ ਅਸੀਂ ਹਰ ਪਲ, ਦਿਨ ਸਰਾਤ ਅਣਜਾਣੇ ਹੀ ਅਭਿਆਸ ਕਰ ਰਹੇ ਹਾਂ, ਉਸ ਦੀ ਬਾਬਤ ਅਸੀਂ ਮੁੜ ਕੇ ਜਣੇ ਖਣੇ ਨੂੰ ਪੁੱਛਦੇ ਫਿਰਦੇ ਹਾਂ ਕਿ ਜੀ ਸਿਮਰਨ ਕੀ ਹੈ ਜਾਂ ਸਿਮਰਨ ਕਿਵੇਂ ਕਰੀਦਾ ਹੈ। ਸੋ ਫਿਰ ਦੁਹਰਾ ਦਈਏ ਕਿ ਅਸੀਂ ਮੈਂ ਮੇਰੀ ਵਾਲੇ ਮਾਇਕੀ ਜੀਵਨ ਦੇ ਪਰਾਇਣ ਸਦਾ ਸੋਚਦੇ ਹਾਂ। ਹਾਂਜੀ, ਮਾਇਕੀ ਜੀਵਨ ਦੇ ਪਰਾਇਣ ਸਦਾ ਰੀਝਾਂ ਲਾਉਂਦੇ ਹਾਂ, ਵਿਉਂਤਾਂ ਕੱਢਦੇ ਹਾਂ ਮੈਂ ਮੇਰੀ ਦੇ ਅਧੀਨ, ਉਦੋਂ ਵੀ ਉਸੇ ਕਰਕੇ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਜਫਰ ਜਾਲਦੇ ਹਾਂ ਮੈਂ ਮੇਰੀ ਲਈ, ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹਾਂ, ਆਸਾ ਮਨਸਾ ਵਿੱਚ ਵਿਚਰਦੇ ਹਾਂ, ਦੁੱਖ ਸੁੱਖ ਭੋਗਦੇ ਹਾਂ ਤੇ ਫਿਰ ਈਰਖਾ, ਦੁਐਤ ਤੇ ਵੈਰ ਵਿਰੋਧ ਦੀਆਂ ਵਾਸ਼ਨਾਵਾਂ ਵਿੱਚ ਗਲਤਾਨ ਹੋਏ ਰਹਿੰਦੇ ਹਾਂ ਅਤੇ ਆਪਣੇ ਕਰਤੇ ਨੂੰ ਭੁਲਾ ਕੇ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਪਰ ਸਾਨੂੰ ਆਪਣੀ ਇਸ ਹਾਨੀਕਾਰਕ ਅਦੋਗਤੀ ਦੀ ਸੋਝੀ ਨਹੀਂ। ਸਾਰਾ ਸਿਮਰਨ ਅਸੀਂ ਮੈਂ ਮੇਰੀ ਦਾ ਕਰਦੇ ਹਾਂ, ਵਾਸ਼ਨਾਵਾਂ ਵਿੱਚ ਗਲਤਾਨ ਰਹਿੰਦੇ ਹਾਂ, ਈਰਖਾ, ਦੁਐਤ ਤੇ ਵੈਰ ਵਿਰੋਧ ਵਿੱਚ ਗਲਤਾਨ ਰਹਿੰਦੇ ਹਾਂ, ਆਸਾ ਮਨਸਾ ਵਿੱਚ ਵਿਚਰਦੇ ਹਾਂ, ਮੈਂ ਮੇਰੀ ਤੇ ਹਉਮੈ ਲਈ ਉਦਮ ਕਰਦੇ ਹਾਂ, ਘਾਲੜਾਂ ਘਾਲਦੇ ਹਾਂ, ਉਸੇ ਲਈ ਇਹ ਜਫਰ ਜਾਲਦੇ ਹਾਂ, ਪਰ ਫਿਰ ਵੀ ਸਾਨੂੰ ਆਪਣੀ ਇਸ ਹਾਨੀਕਾਰਕ ਅਦੋਗਤੀ ਦਾ ਅਹਿਸਾਸ ਨਹੀਂ। ਇਸੇ ਕਰਕੇ ਗੁਰਬਾਣੀ ਸਾਨੂੰ ਜ਼ੋਰਦਾਰ ਤਾੜਨਾ ਕਰਦੀ ਹੈ। ਬਾਰੂ ਪੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ, ਅਜਹੂ ਸਮਝ ਕਛ ਬਿਗਰਿਓ ਨਾਹਿਨ, ਭਜਲੇ ਰਾਮ ਮੁਰਾਰ, ਭਜਲੇ ਨਾਮ ਮੁਰਾਰ। ਇਹ ਸਿਮਰਨ ਸਾਰੀ ਕਾਇਨਾਤ ਦੇ ਜੀਵ ਚੇਤਨ ਜਾਂ ਅਚੇਤ ਅਵਸਥਾ ਵਿੱਚ ਕਰ ਰਹੇ ਹਨ। 84 ਲੱਖ ਜੂਨਾਂ ਅਚੇਤ ਅਵਸਥਾ ਵਿੱਚ ਅਣਜਾਣੇ ਤੇ ਸਹਿਜ ਸੁਭਾਈ ਹੀ ਆਪਣੇ ਕਰਤੇ ਦਾ ਸਿਮਰਨ ਆਪੋ ਆਪਣੇ ਤਰੀਕਿਆਂ ਨਾਲ ਕਰ ਰਹੀਆਂ ਹਨ ਤੇ ਇਲਾਹੀ ਹੁਕਮ ਕਮਾ ਰਹੀਆਂ ਹਨ। ਸਿਮਰੈ ਧਰਤੀ ਅਰ ਆਕਾਸਾ,
सिमरै चंद सूरज गुण तासा, सिमरै पस पंखी सब पूता, सिमरै बन पर्वत अवतूता, लता बली साख सब सिमरै, रवरया स्वामी सब मना, सिमरै थूल सूखम सब जनता, सिमरै सिद्ध साधक हर मनता, गुप्त प्रगट सिमरै प्रभ मेरे, सगल भवन का प्रभ तना। पर इंसानी जून विच ਇਹ ਜੀਵ ਆਪਣੀ ਚੇਤਨਤਾ ਤੇ ਕੂੜੀ ਸਿਆਣਪ ਨਾਲ ਇਸ ਮਾਇਆ ਦੇ ਚਿੱਤਰ ਬਚਿੱਤਰ ਚਿਲਕਵੇਂ ਕਰਿਸ਼ਮਿਆਂ ਨੂੰ ਦੇਖ ਕੇ ਮਾਇਕੀ ਭਰਮ ਭੁਲੇਖਿਆਂ ਵਿੱਚ ਪੈ ਗਿਆ ਤੇ ਆਪਣੇ ਕਰਤੇ ਨੂੰ ਭੁੱਲ ਕੇ ਮਾਇਆ ਅਥਵਾ ਮੈਂ ਮੇਰੀ ਦਾ ਸਿਮਰਨ ਕਰਨ ਲੱਗ ਪਿਆ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ, आशा परम विकार मो इनमें लोबाना, झूठ समग्री मन वसी पार ब्रह्म न जाना। इन माया जगदीश गुसाई तुमरे चरण बिसारे, किंचित प्रीत न उपजै जन को, जन कहाँ करे बेचारे। इस तरह इंसान दे तन मन चित्त बिरती सुरती अंतश्करण इत्थों तक कि उसके समुचे आपे विच मायकी रंगत इतनी गूढ़ी चढ़ गई है कि उसनू मायकी भरम भुलावे वाले हौमे वेड़े जीवन तो इलावा किसी होर चंगेरे सोनेरे उचेरे सुखदाई कल्याणकारी दैवी जीवन की सोझी एहसास यकीन ते विश्वास ही नहीं आउंदा। इतनी तस गई है ये माया कि कोई उचेरे जीवन का सानू एहसास ही नहीं आउंदा। गुरबाणी पढ़द्या सुनद्या अथवा साध संगत विच विचरद्या होया जेकर ओपरा जिहा दैवी विश्वास अथवा शरदा भावनी आउंदी भी है तां ओह भी छेती ही मायकी बदलां दे ओले छाई माई हो के उड़ पुड़ जांदी है। ये भी हकीकत है कि जदों गुरबाणी ध्यान नाल पढ़दे सुनदे हां या सत्संगत करदे हां उस वेले एक एहसास आउंदा है, शरदा भावनी उपजदी है उचेले जीवन लई। पर वो एहसास भी छेती मायकी बदलां दे ओले छाई माई हो के उड़ पुड़ जाता है। क्यों? क्योंकि सत्संगत तो बाहर निकलदियां ही साडे मन नू माया अथवा मैं मेरी दियां भावनावां कल्पनावां ख्याल आसा मनसा फिक्र चिंता काम क्रोध लोभ मोह ईर्खा द्वैत वैर विरोध आदि वासनावां आ घेरदियां हन, जिस दे सिटे वजों दैवी भावना जां हरि सिमरन भुल जाता है। वो जिहड़ी शरदा भावनी या माड़ी मोटी भावना गुरबाणी सुन के सत्संगत करदियां उपजी सी, ज्यों ही सत्संगत तो बाहर निकले उथे की आसा मनसा फिक्र चिंता काम क्रोध इत्यादक इतनियां वासनावां आ घेरदियां हन कि सिटे वजों वो जिहड़ी दैवी भावना हुंदी उड़ जाती है या हरि सिमरन भुल जाता है। सो हासोहीणी गल तां इह है कि इस मायकी सिमरन की क्रिया लई जीव नू कोई गुरु नहीं धारण करना पैंदा। ये जिहड़ी मैं मेरी दा सिमरन करदे हाँ इसलिए सानू कोई गुरु नहीं धारणा करना पैंदा, कोई उपदेश नहीं लेना पैंदा, कोई विद्या नहीं सीखनी पैंदी, कोई पुछ गिछ नहीं करनी पैंदी, कोई खोज नहीं करनी पैंदी, कोई धर्म कर्म विच नहीं पैना पैंदा, कोई जप तप दे जफर नहीं जालने पैंदे। सिर्फ हरि नू भुलदियां सार ये हौमे दे पंजे दूत काम क्रोध लोभ मोह अहंकार अनजाने ही जीव नू अपने चित्र बचित्र चिलकवें तलस्मी जादू विच फसा लैंदे हन ते सारी उम्र दूजे भाव अथवा मैं मेरी दी कैद विच जकड़ी रखदे हन अते मदारी दे बांदर वांग नचाउंदे टपाउंदे ते अपना बेखरीद गोला बढ़ाई रखदे हन। हाँ जी, जिवें मदारी ने बंदर रखिया हुंदा है वो किवें उसनूं नचाउंदा टपाउंदा है अपने स्वार्थ लई, इस तरह ये हौमे ने ये पंज दूत छड्डे काम क्रोध लोभ मोह अहंकार ते इन्हां पंज दूतां राहीं जीव नूं इस तरह चिलकवें ते तलस्मे जादू विच फसा लिया कि सारी उम्र इस दूजे भाव ते मैं मेरी दी कैद विच ये सानू पंज दूत जकड़ी रखदे हन ते मदारी दे बांदर वांग सानू अपने ताल ते नचाउंदे हन। कदी क्रोध नचाउंदा है, कदी काम, कदी लोभ, कदी मोह, कदी अहंकार। इस तरह इन्हां दे सुर विच सारी जिंदगी नचदे रहिंदे हां इन्हां दी गुलामी विच। माया मोह दुख सागर है
बिख दुत्तर तरिया ना जाए, मेरा मेरा कर दे पचमुए, हों मैं करतवे आए। बेअंत धर्मां ते धार्मिक प्रचार के बावजूद जीव इस मानसिक तलिस्म अथवा मायकी जादू तो अनजान ते अज्ञानी रहिंदा है। इतना धर्म कर्म करते हाँ, इतना धार्मिक प्रचार सुनने के बावजूद भी जीव इस जड़ा माया का जादू है, इस दे तलिस्म तो अज्ञानी ही रहिंदा है। इस तरह अनजाने सहज सुभाई जीव माया की गुलामी करदा होया अपने उदाले मायकी जंजीरां नूं मजबूत करके मायकी बंधना विच जकड़िया रहिंदा है। सो मायकी गुलामी करके किहड़ियां जंजीरां नूं होर जकड़ी जांदे हाँ, गुरबाणी दसदी है। भूलियो मन माया उरजायो, जो जो कर्म कियो लालच लग, तैं तैं आप बंधायो। हाँ जी, जो जो कर्म कियो लालच लग, तैं तैं आप बंधायो। होर जंजीरां केड़ियां हन? एह कुटुंब सब जी के बंधन भाई, परम पुला संसारा। हाँ जी, एह कुटुंब सब जी के बंधन भाई, परम पुला संसारा। होर किहड़ियां जंजीरां हन जिहड़ी मायकी गुलामी विच असी होर पाई जा रहे हैं दिन ब दिन? नानक अवगुण जेतड़े, तेते गली जंजीर। हाँ जी, नानक अवगुण जेतड़े, तेते गली जंजीर। सो इस तरह माया की गुलामी विच असी इहो जिहियां जंजीरां नूं होर मजबूत करके मायकी बंधनां विच जकड़े रहिंदे हां। सो मायकी जीवन अथवा मायकी सिमरन की क्रिया विच साडा मन सदा सावधान रहिंदा है, चतराइयां कोड़दा रहिंदा है। हाँ जी, मायकी सिमरन की क्रिया विच साडा मन आसा मनसा विच विचरदा है, मानसिक रुझेवियां विच गुआचिया रहिंदा है, फिक्र चिंता विच डुबिया रहिंदा है, मैं मेरी दी भावना विच रुझिया रहिंदा है, कर्म करदा होया बंधनां विच पैंदा है, अपने कर्मां दे नतीजे अर्थात दुख सुख भोगदा है, झूठे प्यार दे मोह विच फसिया रहिंदा है, नीवियां वाशनावां दा गुलाम बनिया रहिंदा है, ईरखा द्वैत विच सड़दा बलदा रहिंदा है ते वैर विरोध विच तपदा खपदा रहिंदा है। इस तरह साडा ए हीरे जैसा जन्म कौडी बदले अजाई जा रहा है। हाँ जी, ये कीमती अमोलक ए हीरे जैसा जन्म कौडी बदले अजाई जा रहा है। जेकर साडे रोज़ाना जीवन के ख्यालों अथवा क्रिया नूं डूंगी तरह घोखिया जावे तां पता लगेगा कि असी माया दे खलजगण विच इतने गलतान हाँ कि गंदगी दे कीड़े वांग सानू अपने मायकी जीवन तो इलावा होर कुछ सुझदा ही नहीं। हाँ जी, जे ईमानदारी नाल असी अपने ख्यालां ते कर्मां नूं घोखीए तां ये पता लगेगा कि मायकी जीवन तो बिना सानू कोई होर चीज़ सुझदी ही नहीं। इस दा कारण यह है कि साडा मन कई जन्मां तो माया दा अटुट अनिन ते लगातार सिमरन करदियां होयां माया दा ही रूप बन चुकिया है। ऐसे माया रूपी मन विचों माया दी ही फिर रंगत हवाड़ भावना सेध ते टेक उपजनी सुभावक अते लाजमी है, क्योंकि जेड़ी चीज़ वसाइए उहियो बाहर निकलदी है अंदरों। सो जीव माया दा ही रूप बन चुकिया है। ऐसे माया रूपी मन विचों फिर माया दी ही रंगत हवाड़ भावना सेध ते टेक उपजनी सुभावक अते लाजमी है। दूजे लफ्ज़ां विच साडा ए माया रूपी मन अनजाने सहज सुभाए बगैर किसी कोशिश दे लगातार अटुट मायकी सिमरन विच गलतान है। इस गल का सबूत साडा अजोका मायकी जीवन है, जो साडे लगातार मायकी सिमरन अभ्यास का नतीजा ते निचोड़ है। जेकर इस सिमरन की क्रिया की मायकी सेध नूं उल्टा के आत्मक सेध वाल मोड़िया जावे तां ये साडी सिमरन की क्रिया आत्मपरायण हो सकती है ते साडा जीवन सफल हो सकता है। फिर दोहरा दईए, जेकर इस सिमरन की क्रिया की मायकी सेध नूं उल्टा के
ਆਤਮਿਕ ਸੇਧ ਵੱਲ ਮੋੜਿਆ ਜਾਵੇ ਤਾਂ ਸਾਡੀ ਸਿਮਰਨ ਦੀ ਕਿਰਿਆ ਆਤਮ ਪਰਾਇਣ ਹੋ ਸਕਦੀ ਹੈ ਤੇ ਸਾਡਾ ਜੀਵਨ ਸਫਲ ਹੋ ਸਕਦਾ ਹੈ। ਸੋ ਸਿਮਰਨ ਤਾਂ ਅਸੀਂ ਕਰ ਹੀ ਰਹੇ ਹਾਂ, ਇਸ ਦੀ ਕਿਰਿਆ ਤਾਂ ਉਹੀ ਰਹਿਣੀ ਹੈ, ਮੁੜ ਮੁੜ ਦੁਹਰਾਉਣਾ, ਮੁੜ ਮੁੜ ਅਭਿਆਸ ਕਰਨਾ। ਸੋ ਕਿਰਿਆ ਤਾਂ ਉਹੀ ਰਹਿਣੀ ਹੈ, ਪਰ ਇਸ ਦੀ ਸੇਧ, ਇਸ ਦੀ ਟੇਕ, ਇਸ ਦਾ ਨਿਸ਼ਾਨਾ ਤੇ ਮੁੱਦਾ ਬਦਲਣ ਦੀ ਲੋੜ ਹੈ। ਅਬ ਮਨ ਉਲਟ ਸਨਾਤਨ ਹੁਆ तब जानिया जब जीवत मुआ, मेरे मन ही उल्ट समाना, गुर प्रसाद अकल पई अवरै नातर था बेगाना। उल्ट पई जीवत मर जा गया, शब्द रवे मन हर स्यों ला गया। उल्टी सकत सिवै कर आई, मन वसिया हर अमृत नाम। दूजे लफ्ज़ां विच मायकी सिमरन वाले जीवन नूं ਆਤਮਿਕ ਰੰਗਤ ਦੀ ਪਿਓਂਦ ਚਾੜਨ ਦੀ ਲੋੜ ਹੈ, ਪਰ ਇਹ ਆਤਮਿਕ ਖੇਲ ਕਠਿਨ ਹੈ। ਹਾਂਜੀ, ਇਹ ਜਿਹੜਾ ਮਾਇਕੀ ਸਿਮਰਨ ਵਾਲੇ ਜੀਵਨ ਨੂੰ ਆਤਮਿਕ ਰੰਗਤ ਦੀ ਪਿਓਂਦ ਚਾੜਨ ਦੀ ਲੋੜ ਹੈ। ਉਹ ਕੀ? ਪਿੱਛੇ ਅਸੀਂ ਪੜ੍ਹਿਆ ਕਿ ਜਦੋਂ ਤੂੰ ਦਾ ਸਿਮਰਨ ਛੱਡ ਕੇ ਮੈਂ ਦਾ ਸਿਮਰਨ ਕਰਦੇ ਹਾਂ, ਜੀਵਨ ਸੇਧ, ਜੀਵਨ ਨਿਸ਼ਾਨਾ ਮਾਇਕੀ ਰੰਗਣ ਵਾਲਾ ਹੋ ਜਾਂਦਾ ਹੈ, ਕਿਉਂਕਿ ਮਾਇਆ ਹੀ ਅੰਦਰ ਧਸ ਵਸ ਰਸ ਜਾਂਦੀ ਹੈ। ਸੋ ਹੁਣ ਇਸ ਦੀ ਰੰਗਤ ਨੂੰ ਬਦਲਣਾ ਹੈ। ਮਾਇਆ ਤਾਂ ਧਸ ਗਈ ਅੰਦਰ ਜਿਤਨੀ ਧਸਣੀ ਸੀ, ਹੁਣ ਇਸ ਦਾ ਅਭਿਆਸ ਨੂੰ ਬਦਲ ਕੇ ਮੈਂ ਤੋਂ ਫਿਰ ਤੂੰ ਕਰੀਏ, ਤਾਂ ਕਿ ਪਰਮਾਤਮਾ ਦੇ ਗੁਣ ਅੰਤਰਾਤਮੇ ਧਸਣ ਵਸਣ। ਸੋ ਇਸ ਮਾਇਕੀ ਰੰਗਤ ਉੱਤੇ ਆਤਮਿਕ ਪਿਓਨ ਚਾੜਨੀ, ਯਾਨੀ ਮੈਂ ਮੇਰੀ ਦਾ ਸਿਮਰਨ ਛੱਡ ਕੇ ਤੂੰ ਤੇਰੀ ਦਾ ਸਿਮਰਨ ਕਰਨਾ, ਇਹ ਬਹੁਤ ਕਠਿਨ ਖੇਲ ਹੈ। क्योंकि पिछे असी पढ़िया माया इतनी धस वस रस के इतना अभ्यास हो चुका है कि मल्लो मल्ली साढ़े कर्मां च ख्यालों द्वारा, साड़ियाँ आत्मिक वाइब्रेशनस द्वारा प्रगट होंदी है। सो हुण इस दा उल्ट अभ्यास करना थोड़ी मेहनत चाहिए है, बल्कि बहुत मेहनत चाहिए है। इस करके लिखिया है कि ये आत्मिक खेल कठिन है। जन नानक ये खेल कठिन है, किन्हू गुरमुख जाना। हाँ जी, ये आत्मक कठिन खेल गुरमुख प्यारियां दी संगत विच सौखी ते सहजे ही संभव हो सकती है। ये सच्चाई है कि महापुरखां दी संगत विच जिहड़ा ये मुश्किल काम है कि जिहड़ा सिमरन दृढ़ हो चुकिया है, उस दे खिलाफ हुण तू तेरी दा सिमरन दृढ़ करना ते मैं मेरी दे सिमरन नूं भुलाना, ये जिहड़ी कठिन खेल है, ये गुरमुख प्यारियां महापुरखां दी संगत विच सौखी ते सहज सुभाए संभव हो सकती है। गुरबाणी विचार लेख नंबर 110 सिमरन भाग पहला। गुरु रू प्यारी साध संगत जी, ये विचारां गुरमुख प्यारे बाऊ जी उन्होंने लिखियां हैं। सिमरन का विषय जिहड़ा बहुत ज़रूरी है, इस विषय ते आप जी ने 16 लेख लिखे हैं। क्योंकि आम तौर पर असी एक रटन नूं सिमरन मनी बैठे हाँ, भावें कोई तब्दीली आवे, भावें अंदर धसे वसे या नार वसे, सिर्फ रटन नूं सिमरन करी बैठे हाँ, रटन करन नूं सिमरन मनी बैठे हाँ। पर महापुरखा ने बड़े विस्तार नाल इन्हां 16 भागां विच ये खोल के दर्शाया है कि असलीयत विच सिमरन है कि किस तरह करना है, उतलियां अवस्थावां ते किवें पहुँचना है। सो गुरबाणी के आधार पर आप जियां ने आप सिमरन करके लिखिया हैं सानू सेध देण लई। जिस किसी वीर भैन ने हाले तक ये सिमरन के लेख नहीं ले, उन्हां दे चरनां च हत्थ जोड़ के बेनती है कि 15, 20, 25 रुपए की एक किताब है जो साढ़े सारे जीवन को सफला कर सकती है। 16 लेख हैं सिमरन के विषय पर, जरूर एक एक किताब ले जाने की कृपालता करनी, क्योंकि पढ़ांगे बार बार तो कोई थोड़ा बहुत गुरु की कृपा द्वारा समझ आएगा तो असी अपने जीवन को सफला कर सकांगे। हुण 6:20 ते रहरास साहब जी के पाठ शुरू होणगे, सो तद तक संगतां चाह पानी का लंगर छक सकदियां हैं। वाहिगुरू जी का खालसा, वाहिगुरू जी की फतेह।